सत श्री अकाल दोस्तों, क्लिक स्टार्ट भी ਤੁਹਾਡਾ बहुत स्वागत है। ਆਪਾਂ एक सीरीज़ शुरू कर रहे हैं ਜਿਹਦੇ ਵਿੱਚ ਆਪਾਂ ਸਾਰੇ ਪੰਜਾਬ ਦੇ ਪ੍ਰੀਵੀਅਸ ਈਅਰ ਪੇਪਰਸ ਨੂੰ ਡਿਸਕਸ ਕਰਾਂਗੇ ਤੇ ਸਟਾਰਟ ਕਰਦੇ ਹਾਂ ਪੋਲਿਟੀ ਤੋਂ ਫਰੋਮ ਦੀ 2013 ਜਿਹੜਾ ਪੋਲਿਟੀ ਦਾ 2013 ਦੇ ਪੀਸੀਐਸ ਦੇ ਪੇਪਰ ਵਿੱਚ ਆਇਆ ਸੀ। ਉਸ ਵਿੱਚ ਕੀ ਪੁੱਛਿਆ ਗਿਆ ਸੀ ਉਹਨੂੰ ਆਪਾਂ ਇਨ ਡੈਪਥ ਡਿਸਕਸ ਕਰਾਂਗੇ। ਜੇ ਤੁਸੀਂ ਇਸ ਲੈਕਚਰ ਦੀ ਪੀਡੀਐਫ ਚਾਹੁੰਦੇ ਹੋ ਤਾਂ ਸਾਡੇ ਟੈਲੀਗ੍ਰਾਮ ਚੈਨਲ ਤੇ ਜਾ ਕੇ ਲੈ ਸਕਦੇ ਹੋ। ਜੇ ਕੋਈ ਡਾਊਟ ਹੈ ਤਾਂ ਸਾਨੂੰ ਇੰਸਟਾਗ੍ਰਾਮ ਤੇ ਦੱਸ ਸਕਦੇ ਹੋ। ਹੁਣ ਗੱਲ ਕਰਦੇ ਹਾਂ 2013 ਦੇ ਕੁਐਸਚਨ ਪੇਪਰ ਦੀ ਕਿ ਉਹਦੇ ਵਿੱਚ ਕੀ ਚੀਜ਼ਾਂ ਪੁੱਛੀਆਂ ਗਈਆਂ ਸੀ ਤੇ ਕੀ ਰੈਲੇਵੈਂਸ ਸੀ ਉਹਨਾਂ ਦੀ। ਜੇ ਦੇਖਿਆ ਜਾਵੇ ਤਾਂ ਜੀਐਸ ਦੇ ਪੇਪਰ ਵਿੱਚ 12% ਪੇਪਰ ਪੋਲਿਟੀ 'ਚੋਂ ਆਇਆ ਸੀ, ਯਾਨੀ ਕਿ 12 ਕੁਐਸਚਨ ਪੋਲਿਟੀ ਦੇ ਸੀ 100 ਵਿੱਚੋਂ। ਤੇ ਇਹ ਬਾਕੀ ਸਾਰੇ ਹੋਰ ਜਿਹੜੇ ਸਬਜੈਕਟ ਨੇ ਉਹਨਾਂ ਦੇ ਕਿੰਨੇ ਕੁਐਸਚਨ ਆਏ ਸੀ। ਆਪਾਂ ਹਰੇਕ ਉੱਤੇ ਲੈਕਚਰ ਬਣਾਵਾਂਗੇ ਤੇ ਹਰੇਕ ਉੱਤੇ ਡਿਸਕਸ ਕਰਾਂਗੇ ਕਿ ਉਹ ਕਿੱਥੋਂ ਪੁੱਛੇ ਗਏ ਕੁਐਸਚਨ ਤੇ ਕੀ ਉਹਨਾਂ ਦੇ ਫੈਕਟਸ ਨੇ, ਕੀ ਜ਼ਰੂਰੀ ਚੀਜ਼ਾਂ ਨੇ ਉੱਥੇ। ਇੱਕ ਪੋਲਿਟੀ ਦੀ ਰੈਫਰੈਂਸ ਕਿ ਹਰੇਕ ਪੇਪਰ 'ਚ ਅਰਾਊਂਡ ਕਿੰਨੇ ਪੁੱਛੇ ਗਏ ਨੇ, ਤਾਂ 2013 ਕੁਐਸਚਨ ਪੇਪਰ ਦੇ ਵਿੱਚ 12 ਕੁਐਸਚਨ ਆਏ ਸੀ ਪੋਲਿਟੀ 'ਚੋਂ। 2015 ਦੇ ਕੁਐਸਚਨ ਪੇਪਰ ਵਿੱਚ ਵੀ 12 ਕੁਐਸਚਨ ਆਏ ਸੀ ਪੋਲਿਟੀ 'ਚੋਂ ਤੇ 2018 ਦੇ ਕੁਐਸਚਨ ਪੇਪਰ ਵਿੱਚ 9 ਕੁਐਸਚਨ ਆਏ ਸੀ ਪੋਲਿਟੀ 'ਚੋਂ। ਇਟ ਮੀਨਸ ਪੋਲਿਟੀ ਬਹੁਤ ਇੰਪੋਰਟੈਂਟ ਪਾਰਟ ਹੈ। ਇਹਦੇ ਵਿੱਚੋਂ ਕਾਫੀ ਨੰਬਰ ਬਣ ਜਾਂਦੇ ਨੇ ਜੇ ਤੁਸੀਂ ਇਹਨੂੰ ਸੀਰੀਅਸਲੀ ਪ੍ਰੀਪੇਅਰ ਕਰੋ ਤਾਂ। ਹੁਣ ਗੱਲ ਕਰਦੇ ਹਾਂ ਫਸਟ ਕੁਐਸਚਨ ਦੀ ਜੋ ਇਸ ਵਿੱਚੋਂ ਆਇਆ ਪੋਲਿਟੀ ਵਿੱਚੋਂ। ਕੁਐਸਚਨ ਆਇਆ ਕਨਸਟੀਟਿਊਸ਼ਨਲ ਅਮੈਂਡਮੈਂਟ ਤੇ ਕਿ ਦੀ 98th Constitutional Amendment Act 2012 has added a new Article 371J in the Constitution. It relates to creating special provisions regarding which of the following regions कि ਜਿਹੜਾ 98th Constitutional Amendment Act ਰਾਹੀਂ 371J ਆਰਟੀਕਲ ਐਡ ਕੀਤਾ ਗਿਆ ਸੀ ਕਨਸਟੀਟਿਊਸ਼ਨ ਦੇ ਵਿੱਚ, ਉਹ ਕਿਹੜੇ ਰੀਜਨ ਦੇ ਰਿਲੇਟਿਡ ਹੈ। ਤਾਂ ਇਸ ਦਾ ਆਨਸਰ ਹੈ ਇਟ ਇਜ਼ ਕਰਨਾਟਕਾ ਹਾਈਡਰਾਬਾਦ ਰੀਜਨ। ਇਸ ਕਨਸਟੀਟਿਊਸ਼ਨਲ ਅਮੈਂਡਮੈਂਟ ਨੂੰ ਯਾਦ ਕਰ ਲਿਓ ਤੇ ਇਹ ਇੱਕ ਇੰਪੋਰਟੈਂਟ ਡਾਟਾ ਹੈ 98th ਕਨਸਟੀਟਿਊਸ਼ਨਲ ਅਮੈਂਡਮੈਂਟ ਦੇ ਰਿਗਾਰਡਿੰਗ ਕਿ ਇਟ ਪ੍ਰੋਵਾਈਡ ਸਪੈਸ਼ਲ ਪ੍ਰੋਵੀਜ਼ਨਸ ਫॉर ਦੀ Hyderabad Karnataka region. Then the special provisions aim at establish an institutional mechanism for equitable allocation of funds to meet the development needs of the over the region. ਤਾਂ ਕੀ ਹੁੰਦਾ ਕਈ ਵਾਰ ਇੱਕ ਸਟੇਟ ਦਾ ਕੋਈ ਪਰਟੀਕੂਲਰ ਏਰੀਆ ਇਹੋ ਜਿਹਾ ਹੁੰਦਾ ਜਿਹਦੀ ਡਿਵੈਲਪਮੈਂਟ ਨਹੀਂ ਹੋ ਪਾਉਂਦੀ, ਤਾਂ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਅਮੈਂਡਮੈਂਟ ਕਰੀ ਗਈ ਸੀ ਤਾਂ ਕਿ ਉਸ ਏਰੀਆ ਨੂੰ ਵੀ ਡਿਵੈਲਪਮੈਂਟ ਹੋ ਜਾਵੇ। Then next question is which of the following states joined the Indian Union after the conduct of special opinion poll in 1975? ਤਾਂ ਇਹ ਵੀ ਵੈਸੇ ਕੁਐਸਚਨ ਦੇਖਿਆ ਹੋਇਆ ਤਾਂ ਇਹ ਕਨਸਟੀਟਿਊਸ਼ਨਲ ਅਮੈਂਡਮੈਂਟਸ ਵਿੱਚੋਂ ਆਇਆ ਹੋਇਆ ਕਿ ਕਿਹੜੀ ਅਮੈਂਡਮੈਂਟ ਤੋਂ ਬਾਅਦ ਕੋਈ ਨਵੀਂ ਸਟੇਟ ਐਡ ਕੀਤੀ ਗਈ ਸੀ ਇੰਡੀਆ ਦੇ ਵਿੱਚ। ਤਾਂ ਇੰਡੀਆ ਦੇ ਵਿੱਚ ਲਾਸਟ ਸਟੇਟ ਜਿਹੜੀ ਐਡ ਕੀਤੀ ਗਈ ਸੀ ਦੈਟ ਇਜ਼ ਸਿੱਕਿਮ ਹੈ। ਇਟ ਇਜ਼ ਡਨ ਬਾਈ ਦੀ 36th Constitutional Amendment Act 1975. 36th Constitutional Amendment Act 1975. Under this, Sikkim is made a full-fledged state of Indian Union. ਤਾਂ 36th Amendment Act ਆਇਆ ਸੀ 1975 ਦੇ ਵਿੱਚ ਜਿਹਦੇ ਨਾਲ ਸਿੱਕਿਮ ਨੂੰ ਫੁੱਲ ਸਟੇਟ ਦਾ ਦਰਜਾ ਦੇ ਦਿੱਤਾ ਗਿਆ ਸੀ। ਦੈਨ ਨੈਕਸਟ ਕੁਐਸਚਨ ਆਇਆ ਰਿਗਾਰਡਿੰਗ ਦੀ ਲੈਪਸਿੰਗ ਆਫ ਬਿਲਸ ਇਨ ਦੀ ਪਾਰਲੀਮੈਂਟ ਕਿ ਕਿਨ ਕੇਸਾਂ ਦੇ ਵਿੱਚ ਕਿਹੜੇ ਕੇਸਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਿਹੜਾ ਬਿੱਲ ਹੈ ਉਹ ਲੈਪਸ ਹੋ ਜਾਂਦਾ ਹੈ। ਅਤੇ ਇਹਦੇ ਵਿੱਚ ਦੋ ਚੀਜ਼ਾਂ ਪੁੱਛੀਆਂ ਗਈਆਂ ਸੀ। ਫਸਟ ਇਜ਼ ਅ ਬਿੱਲ ਪੈਂਡਿੰਗ ਇਨ ਦੀ ਪਾਰਲੀਮੈਂਟ ਲੈਪਸਿਸ ਬਾਈ ਦੀ ਰੀਜ਼ਨ ਆਫ ਦੀ ਪ੍ਰੋਰੋਗੇਸ਼ਨ ਆਫ ਦੀ ਹਾਊਸ। ਤਾਂ ਦੋਸਤੋ ਪ੍ਰੋਰੋਗੇਸ਼ਨ ਹੁੰਦਾ ਹੈ ਜਦੋਂ ਆਪਾਂ ਇੱਕ ਸੈਸ਼ਨ ਖਤਮ ਹੋਣ ਤੋਂ ਬਾਅਦ ਦੂਜੇ ਸੈਸ਼ਨ ਦੇ ਵਿੱਚ ਵਾਲੀ ਜਿਹੜੀ 2-3 ਮਹੀਨਿਆਂ ਦੀ ਬ੍ਰੇਕ ਹੁੰਦੀ ਹੈ, ਸਪੋਜ਼ ਕਰੋ ਮੌਨਸੂਨ ਸੈਸ਼ਨ ਹੈ ਜਾਂ ਵਿੰਟਰ ਸੈਸ਼ਨ ਖਤਮ ਹੋਇਆ ਇਹ ਤੋਂ ਬਾਅਦ ਮੌਨਸੂਨ ਸੈਸ਼ਨ ਲੱਗਣਾ, ਉਹਦੇ ਵਿੱਚ ਦੀ ਜਿਹੜੀ ਬ੍ਰੇਕ ਹੈ ਉਹ ਉਸ ਟਾਈਮ ਜਿਹੜੀ ਬ੍ਰੇਕ ਹੁੰਦੀ ਹੈ ਉਹਦੇ ਲਈ ਕੀਤੀ ਜਾਂਦੀ ਹੈ ਪ੍ਰੋਰੋਗੇਸ਼ਨ। ਇਹਦੇ ਨਾਲ ਹਾਊਸ ਖਤਮ ਨਹੀਂ ਹੋ ਜਾਂਦਾ ਤਾਂ ਉਸ ਟਾਈਮ 'ਤੇ ਐਕਚੁਅਲ 'ਚ ਬਿੱਲ ਲੈਪਸ ਨਹੀਂ ਹੁੰਦੇ, ਤਾਂ ਇਹ ਸਟੇਟਮੈਂਟ ਗਲਤ ਹੈ। ਦੈਨ ਸੈਕਿੰਡ ਸਟੇਟਮੈਂਟ ਕੀ ਗਈ ਹੈ, ਇਹ ਬਿੱਲ ਪੈਂਡਿੰਗ ਇਨ ਦੀ ਰਾਜ ਸਭਾ। ਬਿੱਲ ਹੈ ਜਿਹੜਾ ਉਹ ਰਾਜ ਸਭਾ 'ਚ ਪੈਂਡਿੰਗ ਹੈ ਬਟ ਨਾਟ ਪਾਸਡ ਬਾਈ ਲੋਕ ਸਭਾ। ਇਹਦਾ ਮਤਲਬ ਬਿੱਲ ਹੈ ਜਿਹੜਾ ਉਹ ਇੰਟਰੋਡਿਊਸ ਹੀ ਰਾਜ ਸਭਾ ਦੇ ਵਿੱਚ ਹੋਇਆ ਤਾਂ ਉਹ ਵੀ ਲੈਪਸ ਕਰੂਗਾ। ਇਹਨਾਂ ਨੇ ਪੁੱਛਿਆ ਤਾਂ ਉਹ ਵੀ ਲੈਪਸ ਨਹੀਂ ਹੁੰਦਾ। ਤਾਂ ਇਹਦਾ ਮਤਲਬ ਕੁਐਸਚਨ ਦੀਆਂ ਦੋਨੋਂ ਸਟੇਟਮੈਂਟਸ ਨੂੰ ਤੁਸੀਂ ਸਮਝ ਸਕਦੇ ਹੋ ਕਿ ਦੋਨੋਂ ਹੀ ਸਟੇਟਮੈਂਟ ਗਲਤ ਨੇ। ਹੁਣ ਮੈਂ ਤੁਹਾਨੂੰ ਦੱਸਦਾ ਕਿ ਉਹਦੇ ਕਾਫੀ ਸਾਰੇ ਤਰੀਕੇ ਹੁੰਦੇ ਨੇ। ਕਈ ਕੇਸਿਸ 'ਚ ਬਿੱਲ ਲੈਪਸ ਹੁੰਦਾ, ਕਈਆਂ 'ਚ ਨਹੀਂ ਹੁੰਦਾ। ਤਾਂ ਟੋਟਲ 6 ਤਰੀਕੇ ਨੇ ਜਿਨ੍ਹਾਂ 'ਚ ਬਿੱਲ ਲੈਪਸ ਜਾਂ ਨੋਨ ਲੈਪਸਿੰਗ ਦੀ ਕੰਡੀਸ਼ਨਸ ਬਣਦੀਆਂ ਨੇ। ਤੁਸੀਂ
ਆਸਾਨੀ ਲਈ ਇੱਕ ਕੰਮ ਕਰ ਸਕਦੇ ਹੋ ਕਿ ਜਿਨ੍ਹਾਂ ਕੇਸਿਸ ਦੇ ਵਿੱਚ ਬਿੱਲ ਲੈਪਸ ਹੁੰਦਾ ਸਿਰਫ ਉਹਨਾਂ ਨੂੰ ਹੀ ਯਾਦ ਰੱਖ ਲਓ, ਤਾਂ ਦੂਜੇ ਤੁਹਾਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ ਪਏਗੀ। ਹੁਣ ਬਿੱਲ ਲੈਪਸ ਕਿਹੜੇ ਕੇਸਿਸ ਦੇ ਵਿੱਚ ਹੁੰਦਾ, ਬਸ ਇਹ ਦੋ ਤਰੀਕੇ ਯਾਦ ਰੱਖ ਲਓ। ਦੇਖੋ, ਪਹਿਲੀ ਗੱਲ ਤਾਂ ਬਿੱਲ ਉਹਦੀ ਲੈਪਸ ਹੁੰਦੇ ਜਦੋਂ ਕਦੇ ਲੋਕ ਸਭਾ ਦੀ ਡਿਸਸੋਲੂਸ਼ਨ ਹੁੰਦੀ ਹੈ, ਜਦੋਂ ਕਦੇ ਲੋਕ ਸਭਾ ਪੁਰਾਣੀ ਡਿਜ਼ੋਲਵ ਕਰ ਦਿੱਤੀ ਜਾਂਦੀ ਹੈ ਅਤੇ ਨਵੀਂ ਲੋਕ ਸਭਾ ਸਟਾਰਟ ਕੀਤੀ ਜਾਂਦੀ ਹੈ। ਅਤੇ ਕਿਹੜੇ ਤਰੀਕੇ ਨੇ? ਦੋ ਹੀ ਤਰੀਕਿਆਂ ਨਾਲ ਬਿੱਲ ਲੈਪਸ ਹੁੰਦਾ। ਪਹਿਲਾ, ਜਦੋਂ ਲੋਕ ਸਭਾ ਦੇ ਵਿੱਚ ਬਿੱਲ ਪੈਂਡਿੰਗ ਹੋਵੇ, ਅਤੇ ਦੂਜਾ ਜਦੋਂ ਲੋਕ ਸਭਾ 'ਚ ਪਾਸ ਹੋ ਗਿਆ ਹੋਵੇ ਅਤੇ ਰਾਜ ਸਭਾ 'ਚ ਪੈਂਡਿੰਗ ਹੋਵੇ। ਇਹੀ ਦੋ ਰੀਜ਼ਨ ਨੇ ਜਦੋਂ ਬਿੱਲ ਲੈਪਸ ਹੁੰਦੇ ਨੇ। ਅਤੇ ਇਹਦੇ ਨਾਲ ਬਾਕੀ ਸਾਰੇ ਜੋ ਵੀ ਕੁਛ ਹੋ ਰਿਹਾ ਉੱਥੇ ਬਿੱਲ ਲੈਪਸ ਨਹੀਂ ਹੁੰਦਾ। ਇਹਨਾਂ ਚਾਰਾਂ ਨੂੰ ਪੜ੍ਹ ਲਿਓ PDF ਦੇ ਵਿੱਚੋਂ। ਅਤੇ ਪਰ ਯਾਦ ਰੱਖਣ ਲਈ ਤੁਸੀਂ ਸਿਰਫ ਲੈਪਸ ਵਾਲੇ ਯਾਦ ਰੱਖ ਲਓ। ਇੱਕ ਤਾਂ ਜਦੋਂ ਬਿੱਲ ਰਾਜ ਸਭਾ ਵਿੱਚੋਂ ਪਾਸ ਹੋ ਕੇ ਲੋਕ ਸਭਾ ਵਿੱਚ ਆਇਆ ਹੋਵੇ ਉਦੋਂ, ਇੱਕ ਜਦੋਂ ਬਿੱਲ ਲੋਕ ਸਭਾ ਵਿੱਚ ਹੀ ਪੈਂਡਿੰਗ ਹੋਵੇ। ਨੈਕਸਟ ਕੁਐਸਚਨ ਆਇਆ ਕਿ ਵਿਚ ਆਫ ਦੀ ਫੋਲੋਇੰਗ ਪਲੇਸਿਸ ਡਜ਼ ਨਾਟ ਫਾਲ ਅੰਡਰ ਦੀ ਟੈਰੀਟੋਰੀਅਲ ਐਸਟੈਬਲਿਸ਼ਮੈਂਟ ਜੂਰਿਸਡਿਕਸ਼ਨ ਆਫ ਬੰਬੇ ਹਾਈ ਕੋਰਟ। ਕਿਹਨਾਂ ਵਿੱਚੋਂ ਕਿਹੜੀ ਹਾਈ ਕੋਰਟ ਬੰਬੇ ਹਾਈ ਕੋਰਟ ਦੇ ਅੰਡਰ ਨਹੀਂ ਆਉਂਦੀ? ਤਾਂ ਇਹਨਾਂ ਵਿੱਚ ਚਾਰ ਆਪਸ਼ਨ ਦਿੱਤੇ ਹੋਏ: ਦਮਨ ਐਂਡ ਦਿਊ, ਦਾਦਰਾ ਐਂਡ ਨਗਰ ਹਵੇਲੀ, ਗੋਆ ਐਂਡ ਲਕਸ਼ਦੀਪ। ਅਤੇ ਇਹਨਾਂ ਵਿੱਚੋਂ ਕਿਹੜੀ ਬੰਬੇ ਹਾਈ ਕੋਰਟ ਦਾ ਪਾਰਟ ਨਹੀਂ ਹੈ? ਤੁਹਾਨੂੰ ਮੈਂ ਨੌਲੇਜ ਵਾਸਤੇ ਦੱਸ ਦੇਵਾਂ ਕਿ ਆਪਣੇ ਦੇਸ਼ ਦੇ ਵਿੱਚ 25 ਹਾਈ ਕੋਰਟਸ ਹੀ ਨੇ। ਤਾਂ ਇਹਦਾ ਮਤਲਬ, ਅਤੇ ਸਟੇਟਸ ਕਿੰਨੀਆਂ ਨੇ? ਸਟੇਟਸ ਆ 28। ਉਹਦੇ ਇਲਾਵਾ 8 ਯੂਨੀਅਨ ਟੈਰੀਟਰੀਜ਼ ਹੈ ਇੰਡੀਆ ਦੇ ਵਿੱਚ। ਤਾਂ 36 ਏਰੀਆਜ਼ ਨੂੰ ਕੇਟਰ ਕਰਨ ਲਈ ਸਿਰਫ 25 ਹਾਈ ਕੋਰਟਸ ਹੈ। ਇਹਦਾ ਮਤਲਬ ਕੁਛ ਏਰੀਆਜ਼ ਦੀ ਸਾਂਝੀ ਹਾਈ ਕੋਰਟਸ ਵੀ ਨੇ। ਤਾਂ ਇੱਥੇ ਦੱਸਣਾ ਸੀ ਕਿ ਬੰਬੇ ਹਾਈ ਕੋਰਟ ਦੇ ਅੰਡਰ ਕਿਹੜੀ ਚੀਜ਼ ਦੀ ਜੂਰਿਸਡਿਕਸ਼ਨ ਨਹੀਂ ਆਉਂਦੀ। ਤਾਂ ਦਮਨ ਐਂਡ ਦਿਊ ਹੈ, ਉਹਦੀ ਜੂਰਿਸਡਿਕਸ਼ਨ ਬੰਬੇ ਹਾਈ ਕੋਰਟ ਦੇ ਅੰਡਰ ਆਉਂਦੀ ਹੈ। ਦਾਦਰਾ ਐਂਡ ਨਗਰ ਹਵੇਲੀ ਵੀ UT ਹੈ। ਦੋ ਹੁਣੇ ਕੰਬਾਈਨ ਕਰ ਦਿੱਤੀਆਂ ਅੱਜ ਦੇ ਟਾਈਮ ਦੇ ਵਿੱਚ। ਇਹ ਦੋਨਾਂ ਦੀ ਜੂਰਿਸਡਿਕਸ਼ਨ ਬੰਬੇ ਹਾਈ ਕੋਰਟ ਦੇ ਅੰਡਰ ਹੀ ਆਉਂਦੀ ਹੈ। ਦੈਨ ਗੋਆ ਦੀ ਜੂਰਿਸਡਿਕਸ਼ਨ ਵੀ ਬੰਬੇ ਹਾਈ ਕੋਰਟ ਦੇ ਅੰਡਰ ਆਉਂਦੀ ਹੈ। ਦੈਨ ਦੇਰ ਇਜ਼ ਲਕਸ਼ਦੀਪ। ਜਿਹੜਾ ਲਕਸ਼ਦੀਪ ਹੈ ਉਹਦੀ ਜੂਰਿਸਡਿਕਸ਼ਨ ਆਉਂਦੀ ਹੈ ਕੇਰਲਾ ਹਾਈ ਕੋਰਟ ਦੇ ਅੰਡਰ। ਤਾਂ ਇਹਦਾ ਮਤਲਬ ਆਨਸਰ ਆਊਗਾ ਇਹਦਾ C, ਓਨਲੀ 4। ਤਾਂ ਇੱਥੇ ਮੈਂ ਟੇਬਲ ਡਰਾ ਕੀਤਾ ਕਿ ਬੰਬੇ ਹਾਈ ਕੋਰਟ ਦੇ ਅੰਦਰ ਕਿਹਦੀ ਜੂਰਿਸਡਿਕਸ਼ਨ ਆਉਂਦੀ ਹੈ। ਮਹਾਰਾਸ਼ਟਰਾ, ਗੋਆ, ਦਮਨ ਐਂਡ ਦਿਊ, ਦਾਦਰਾ ਐਂਡ ਨਗਰ ਹਵੇਲੀ। ਇਹਦਾ ਜਿਹੜੀ ਪ੍ਰਿੰਸੀਪਲ ਸੀਟ ਹੈ ਉਹ ਮੁੰਬਈ 'ਚ ਹੈ, ਅਤੇ ਇਹਦੇ ਜਿਹੜੇ ਬੈਂਚਿਸ ਨੇ ਦੇ ਆਰ ਐਟ ਨਾਗਪੁਰ, ਪਣਜੀ ਐਂਡ ਔਰੰਗਾਬਾਦ। ਇਹਨਾਂ ਥਾਵਾਂ 'ਤੇ ਇਹਦੇ ਬੈਂਚਿਸ ਨੇ। ਨੈਕਸਟ ਕੁਐਸਚਨ ਆਇਆ ਹੋਇਆ, ਕੰਸੀਡਰ ਦੀ ਫੋਲੋਇੰਗ ਸਟੇਟਮੈਂਟਸ ਅਬਾਊਟ ਦੀ ਅਟਾਰਨੀ ਜਨਰਲ ਆਫ ਇੰਡੀਆ। ਜਿਹੜਾ ਅਟਾਰਨੀ ਜਨਰਲ ਆਫ ਇੰਡੀਆ ਉਹ ਚੀਫ ਜਾਂ ਉਹਨੂੰ ਕਹਿ ਸਕਦੇ ਹਾਂ ਆਪਾਂ ਫਸਟ ਐਡਵੋਕੇਟ ਹੁੰਦਾ ਕੰਟਰੀ ਦਾ, ਜਿਹੜਾ ਸੈਂਟਰ ਅਪੁਆਇੰਟ ਕਰਦੀ ਹੈ ਆਪਣੇ ਇਲੈਕਸ਼ਨਸ ਆਪਣੇ ਕਿਸੇ ਵੀ ਇਸ਼ੂਜ਼ ਵਾਸਤੇ। ਜਦੋਂ ਉਹਨੂੰ ਸੁਪਰੀਮ ਕੋਰਟ ਦੇ ਵਿੱਚ ਜਾਂ ਕਿਸੇ ਵੀ ਹਾਈ ਕੋਰਟ ਦੇ ਵਿੱਚ ਜਦੋਂ ਗਵਰਨਮੈਂਟ ਨੂੰ ਰਿਪਰੈਜ਼ੈਂਟ ਕਰਨਾ ਤਾਂ ਉਹ ਕੰਮ ਹੁੰਦਾ ਅਟਾਰਨੀ ਜਨਰਲ ਆਫ ਇੰਡੀਆ ਦਾ। ਅਤੇ ਇਹਦੇ ਬਾਰੇ ਕੁਛ ਸਟੇਟਮੈਂਟਸ ਦਿੱਤੀਆਂ ਹੋਈਆਂ। ਹੀ ਇਜ਼ ਅਪੁਆਇੰਟਡ ਬਾਈ ਦੀ ਪ੍ਰੈਜ਼ੀਡੈਂਟ ਆਫ ਇੰਡੀਆ। ਤਾਂ ਇਹ ਟਰੂ ਹੈ ਸਟੇਟਮੈਂਟ ਕਿ ਉਹਨੂੰ ਪ੍ਰੈਜ਼ੀਡੈਂਟ ਅਪੁਆਇੰਟ ਕਰਦਾ ਹੈ। ਹੀ ਮਸਟ ਹੈਵ ਦੀ ਸੇਮ ਕੁਆਲੀਫਿਕੇਸ਼ਨਸ ਐਜ਼ ਦੈਟ ਆਫ ਐਜ਼ ਰਿਕੁਆਇਰਡ ਬਾਈ ਅ ਜੱਜ ਆਫ ਹਾਈ ਕੋਰਟ। ਤਾਂ ਇਹ ਸਟੇਟਮੈਂਟ ਹੈ ਬੱਚੋ ਗਲਤ ਹੈ। ਇੱਥੇ ਆਊਗਾ ਜੱਜ ਆਫ ਸੁਪਰੀਮ ਕੋਰਟ। ਸੁਪਰੀਮ ਕੋਰਟ ਦੇ ਜੱਜ ਦੇ ਬਰਾਬਰ ਦੀ ਕੁਆਲੀਫਿਕੇਸ਼ਨਸ ਹੋਣੀਆਂ ਚਾਹੀਦੀਆਂ ਨੇ। ਦੈਨ ਹੀ ਹੈਜ਼ ਅ ਰਾਈਟ ਟੂ ਸਪੀਕ ਇਨ ਆਈਦਰ ਹਾਊਸ ਆਫ ਦਾ ਪਾਰਲੀਮੈਂਟ। ਇਹ ਬਿਲਕੁਲ ਸਹੀ ਹੈ। ਹੀ ਇਜ਼ ਦੀ ਪਾਰਟ ਆਫ ਐਗਜ਼ੀਕਿਊਟਿਵ ਐਂਡ ਹੀ ਹੈਜ਼ ਦੀ ਰਾਈਟ ਟੂ ਸਪੀਕ ਇਨ ਆਈਦਰ ਹਾਊਸ ਆਫ ਦੀ ਪਾਰਲੀਮੈਂਟ। ਜੇ ਤੁਹਾਨੂੰ ਜਸਟ 3 ਸਟੇਟਮੈਂਟਸ ਵੀ ਪਤਾ ਹੋਣ ਤਾਂ ਵੀ ਤੁਸੀਂ ਇੱਕ ਆਈਡੀਆ ਲਾ ਸਕਦੇ ਹੋ ਕਿ ਕਿਹੜਾ ਆਨਸਰ ਸਹੀ ਹੈ। ਜਿਵੇਂ ਜਸਟ ਜਿਹਨੂੰ ਸੈਕਿੰਡ ਸਟੇਟਮੈਂਟ ਪਤਾ ਹੈ ਗਲਤ ਹੈ, ਤਾਂ ਉਹਨੂੰ ਪਤਾ ਹੈ ਕਿ ਪਹਿਲੀ ਸਟੇਟਮੈਂਟ ਵੀ ਗਲਤ ਹੈ, ਦੂਜੀ ਵੀ ਗਲਤ ਹੈ, ਤੀਜੀ ਵੀ ਗਲਤ ਹੈ। ਇਹਦਾ ਮਤਲਬ ਸਹੀ ਆਨਸਰ ਕੀ ਹੈ? D। ਤਾਂ ਤੁਹਾਨੂੰ ਹਰੇਕ ਜਗ੍ਹਾ 'ਤੇ ਸਾਰੀਆਂ ਸਟੇਟਮੈਂਟਸ ਪਤਾ ਹੋਣੇ ਜ਼ਰੂਰੀ ਨਹੀਂ, ਤਾਂ ਵੀ ਤੁਸੀਂ ਆਨਸਰ ਡਿਡਿਊਸ ਕਰ ਸਕਦੇ ਹੋ। ਦੈਨ ਇਹਦੇ ਵਿੱਚ ਆਪਾਂ ਡਿਸਕਸ ਕਰ ਲਾਂਗੇ 4th ਸਟੇਟਮੈਂਟ ਕਿਵੇਂ ਹੈ। ਰਿਮੂਵਡ ਬਾਈ ਦੀ ਫੋਲੋਇੰਗ ਦੀ ਪ੍ਰੋਸੈਸ ਆਫ ਇੰਪੀਚਮੈਂਟ। ਇੰਪੀਚਮੈਂਟ ਨਾਲ ਇੰਡੀਆ 'ਚ ਸਿਰਫ ਪ੍ਰੈਜ਼ੀਡੈਂਟ ਨੂੰ ਇੰਪੀਚ ਕੀਤਾ ਜਾਂਦਾ, ਤਾਂ ਕਰਕੇ ਇਹ ਵੀ ਸਟੇਟਮੈਂਟ ਗਲਤ ਹੈ। ਹੀ ਹੈਜ਼ ਦੀ ਰਾਈਟਸ ਆਫ ਆਡੀਅੰਸ ਇਨ ਆਲ ਕੋਰਟਸ ਆਫ ਇੰਡੀਆ। ਜੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਹੀ ਇਜ਼ ਦੀ ਫਸਟ ਲਾਇਰ ਆਫ ਦੀ ਕੰਟਰੀ, ਤਾਂ ਦਿਸ ਇਜ਼ ਅ ਰਾਈਟ ਸਟੇਟਮੈਂਟ। ਇਹਦੇ ਬਾਰੇ ਮੈंने ਕੁਝ ਸਟੇਟਮੈਂਟਸਾਂ ਦਿੱਤੀਆਂ ਨੇ ਇਸ ਟੇਬਲ ਦੇ ਵਿੱਚ, ਇਹਨਾਂ ਨੂੰ ਪੜ੍ਹ ਲਿਓ PDF ਦੇ ਵਿੱਚੋਂ ਕਿ ਅਟਾਰਨੀ ਜਨਰਲ ਇਜ਼ ਅਪੁਆਇੰਟਡ ਬਾਈ ਪ੍ਰੈਜ਼ੀਡੈਂਟ ਆਫ ਇੰਡੀਆ। ਦੈਨ ਉਹਦੀ ਕੁਆਲੀਫਿਕੇਸ਼ਨ ਕੀ ਹੈ? ਅਪੁਆਇੰਟਡ ਐਜ਼ ਅ ਜੱਜ ਆਫ ਸੁਪਰੀਮ ਕੋਰਟ। ਹੁਣ ਜੱਜ ਆਫ ਸੁਪਰੀਮ ਕੋਰਟ ਲਈ ਕੀ ਕੰਡੀਸ਼ਨ ਹੁੰਦੀਆਂ? ਜਾਂ ਤਾਂ ਜੱਜ ਹੋਵੇ ਹਾਈ ਕੋਰਟ ਦਾ ਫॉर ਦੀ 5 years, ਜਾਂ ਫਿਰ ਐਡਵੋਕੇਟ ਹੋਵੇ ਹਾਈ ਕੋਰਟ ਦਾ ਫॉर ਦੀ 10 years, ਜਾਂ ਫਿਰ ਉਹ ਐਮੀਨੈਂਟ ਜੂਰਿਸਟ ਹੋਵੇ ਇਨ ਦੀ ਓਪੀਨੀਅਨ ਆਫ ਪ੍ਰੈਜ਼ੀਡੈਂਟ,
ਐਂਡ ਮਸਟ ਬੀ ਅ ਸਿਟੀਜ਼ਨ ਆਫ ਇੰਡੀਆ। ਇਹਦਾ ਮਤਲਬ ਜਿਹੜਾ ਇੰਡੀਆ ਦਾ ਸਿਟੀਜ਼ਨ ਨਹੀਂ ਹੈਗਾ ਉਹ ਅਟਾਰਨੀ ਜਨਰਲ ਨਹੀਂ ਬਣ ਸਕਦਾ। ਹੁਣ ਗੱਲ ਕਰਦੇ ਹਾਂ ਰਾਈਟਸ ਆਫ ਦੀ ਅਟਾਰਨੀ ਜਨਰਲ ਆਫ ਇੰਡੀਆ। ਤਾਂ ਉਹਦੇ ਕੋਲ ਰਾਈਟ ਟੂ ਸਪੀਕ ਹੈ ਐਂਡ ਟੇਕ ਪਾਰਟ ਇਨ ਪ੍ਰੋਸੀਡਿੰਗਸ ਆਫ ਦੀ ਹਾਊਸ, ਮਤਲਬ ਪਾਰਲੀਮੈਂਟ ਦਾ ਕੋਈ ਵੀ ਹਾਊਸ ਹੋਊਗਾ, ਲੋਕ ਸਭਾ ਰਾਜ ਸਭਾ, ਦੋਨਾਂ ਦੇ ਵਿੱਚ ਉਹਨੂੰ ਬੋਲਣ ਦੀ ਇਜਾਜ਼ਤ ਹੈ, ਚਾਹੇ ਉਹ ਜੁਆਇੰਟ ਹਾਊਸ ਹੋਵੇ। ਦੈਨ ਇਨ ਦੀ ਪਰਫਾਰਮੈਂਸ ਆਫ ਹਿਜ਼ ਆਫੀਸ਼ੀਅਲ ਡਿਊਟੀਜ਼ the Attorney General has the right to audience to all the courts in territory of India। तो ਜਦੋਂ ਆਪਦੀਆਂ ऑफिशियल ड्यूटीज़ कर रहे हैं तो ਉਹਦੇ ਕੋਲ right to audience है all the courts of India। ਹੁਣ next question है, ਇਹ ਆਇਆ ਹੈ veto power of the president। ਹੁਣ veto power ਦੇ ਉੱਤੇ question ਕੀ ਪੁੱਛਿਆ ਹੈ ਕਿ president ਦੀ veto power limited ਹੈ because if after reconsideration the parliament passes the same bill again and sends it back to the president, then the president has to give assent to that bill। ਇਹਦਾ ਮਤਲਬ ਕੀ ਹੈ, ਜੇ ਇਨ ਕੇਸ president ਨੇ ਬਿੱਲ ਵਾਪਸ ਕਰਤਾ ਪਾਰਲੀਮੈਂਟ ਨੂੰ ਕਿ ਇਹਨੂੰ ਦੁਬਾਰਾ ਜਾਂਚੋ, ਦੁਬਾਰਾ ਪਰਖੋ, ਤੇ ਉਹ ਦੁਬਾਰਾ ਪਾਰਲੀਮੈਂਟ ਬਿੱਲ ਵਾਪਸ ਸਾਈਨ ਕਰਕੇ ਪ੍ਰੈਜ਼ੀਡੈਂਟ ਕੋਲ ਭੇਜ ਦੇਵੇ ਤਾਂ ਉਹਨੂੰ ਅਸੈਂਟ ਦੇਣੀ ਪੈਂਦੀ ਹੈ। ਇਹ ਬਿਲਕੁਲ ਸਹੀ ਸਟੇਟਮੈਂਟ ਹੈ ਕਿ ਪ੍ਰੈਜ਼ੀਡੈਂਟ ਨੂੰ ਇਸ ਕੰਡੀਸ਼ਨ ਦੇ ਵਿੱਚ ਆਪਣੀ ਅਸੈਂਟ ਦੇਣੀ ਪੈਂਦੀ ਹੈ। Then second is there is no mention in the constitution about the time limit within which the president must send the bill back। ਤਾਂ ਦੇਖੋ ਇੰਡੀਅਨ ਪ੍ਰੈਜ਼ੀਡੈਂਟ ਕੋਲ ਇੱਕ ਪੋਕੇਟ ਵੀਟੋ ਹੁੰਦੀ ਹੈ। ਨੇ ਪੋਕੇਟ ਵੀਟੋ ਕੀ ਹੁੰਦੀ ਹੈ ਕਿ ਜਿਹੜਾ ਪ੍ਰੈਜ਼ੀਡੈਂਟ ਹੈ ਉਹਨੂੰ ਕੋਲ ਕੋਈ ਟਾਈਮ ਬਾਉਂਡੇਸ਼ਨ ਨਹੀਂ ਹੈ ਕਿ ਉਹ ਕਿੰਨੀ ਦੇਰ ਦੇ ਵਿੱਚ ਬਿੱਲ ਨੂੰ ਸਾਈਨ ਕਰਕੇ ਵਾਪਸ ਭੇਜੇ, ਤਾਂ ਆਪਣੇ ਕੋਲ ਹੀ ਰੱਖ ਕੇ ਬਹਿ ਜਾਂਦਾ, ਆਪਣੀ ਹੀ ਪੋਕੇਟ 'ਚ ਪਾ ਕੇ ਬਹਿ ਜਾਂਦਾ ਅਤੇ ਬਿੱਲ ਕਦੇ ਵੀ ਐਕਟ ਨਹੀਂ ਬਣ ਪਾਉਂਦਾ। ਤਾਂ ਮੈਂ ਇੱਥੇ ਮੈਂਸ਼ਨ ਕੀਤੀਆਂ ਨੇ ਵੀਟੋ ਦੀ ਟਾਈਪ ਅਤੇ ਪਾਵਰ ਐਸੋਸੀਏਟਿਡ। 4 ਤਰ੍ਹਾਂ ਦੀਆਂ ਟਾਈਪਸ ਨੇ। 1 ਇਜ਼ ਐਬਸੋਲਿਊਟ ਵੀਟੋ, ਜਿਹਦੇ ਵਿੱਚ ਪ੍ਰੈਜ਼ੀਡੈਂਟ ਬਿੱਲ ਨੂੰ ਸਾਈਨ ਕਰਨ ਤੋਂ ਹੀ ਮਨਾ ਕਰਦੇ, ਇਹ ਪਾਵਰ ਇੰਡੀਆ ਦੇ ਪ੍ਰੈਜ਼ੀਡੈਂਟ ਕੋਲ ਹੈਗੀ ਹੈ। ਦੈਨ ਦੇਰ ਇਜ਼ ਕੁਆਲੀਫਾਈਡ ਵੀਟੋ, ਜਿਹਦੇ ਵਿੱਚ ਕੀ ਹੁੰਦਾ, ਇਹ ਇੰਡੀਅਨ ਪ੍ਰੈਜ਼ੀਡੈਂਟ ਕੋਲ ਹੈ ਨਹੀਂ ਪਾਵਰ, ਇਹ ਸਿਰਫ ਅਮਰੀਕਨ ਪ੍ਰੈਜ਼ੀਡੈਂਟ ਕੋਲ ਪਾਵਰ ਹੈ, ਇੰਡੀਅਨ ਪ੍ਰੈਜ਼ੀਡੈਂਟ ਕੋਲ ਇਹਦੀ ਪਾਵਰ ਨਹੀਂ ਹੈ। ਇਹਦੇ ਵਿੱਚ ਕੀ ਹੁੰਦਾ ਕਿ ਜਿਨ ਕੇਸ ਪ੍ਰੈਜ਼ੀਡੈਂਟ ਬਿੱਲ ਵਾਪਿਸ ਕਰ ਦੇ ਕਿ ਇਹਨੂੰ ਮੈਂ ਪਾਸ ਨਹੀਂ ਕਰੂੰਗਾ, ਤਾਂ ਲੈਜਿਸਲੇਚਰ ਕੀ ਕਰਦਾ, ਉਹਨੂੰ ਜ਼ਿਆਦਾ ਮੈਜੋਰਿਟੀ ਨਾਲ ਪਹਿਲਾਂ ਨਾਲੋਂ ਸਾਈਨ ਕਰਕੇ ਭੇਜਦੇ ਤਾਂ ਉਹਨੂੰ ਬਿੱਲ ਪਾਸ ਕਰਨਾ ਪੈਂਦਾ। ਇੰਡੀਆ ਦੇ ਵਿੱਚ ਇਹ ਕੰਸੈਪਟ ਵਰਕ ਨਹੀਂ ਕਰਦਾ। ਦੈਨ ਦੇਰ ਇਜ਼ ਸਸਪੈਂਸਿਵ ਵੀਟੋ, ਸਸਪੈਂਸਿਵ ਮਤਲਬ ਥੋੜ੍ਹੀ ਦੇਰ ਲਈ ਸਸਪੈਂਡ ਕਰ ਦੇਣਾ। ਤਾਂ ਇਨ੍ਹਾਂ ਕੇਸ ਦੇ ਵਿੱਚ ਕੀ ਹੈ ਕਿ ਪ੍ਰੈਜ਼ੀਡੈਂਟ ਬਿੱਲ ਵਾਪਸ ਭੇਜ ਸਕਦਾ, ਪਰ ਜੇ ਲੈਜਿਸਲੇਚਰ ਦੁਆਰਾ ਉਹਨੂੰ ਪਾਸ ਕਰਦੇ ਤਾਂ ਬਿੱਲ ਉਹਨੂੰ ਪਾਸ ਕਰਨਾ ਹੀ ਪਊਗਾ। ਦੈਨ ਲਾਸਟ ਇਜ਼ ਪੋਕੇਟ ਵੀਟੋ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਪ੍ਰੈਜ਼ੀਡੈਂਟ ਆਪਣੀ ਜੇਬ ਦੇ ਵਿੱਚ ਬਿੱਲ ਰੱਖ ਕੇ ਬੈਠ ਜਾਵੇ ਕਿਉਂਕਿ ਉਹਦੇ ਕੋਲ ਕੋਈ ਟਾਈਮ ਲਿਮਿਟ ਨਹੀਂ ਹੈ, ਟੇਕਿੰਗ ਨੋ ਐਕਸ਼ਨ ਔਨ ਦੀ ਬਿੱਲ ਪਾਸਡ ਬਾਈ ਦੀ ਲੈਜਿਸਲੇਚਰ। ਤਾਂ ਇਹ ਪਾਵਰ ਆਪਣੇ ਇੰਡੀਆ ਦੇ ਪ੍ਰੈਜ਼ੀਡੈਂਟ ਕੋਲ ਹੈ, ਸਸਪੈਂਸਿਵ ਵੀਟੋ ਦੀ ਵੀ ਹੈ ਅਤੇ ਐਬਸੋਲਿਊਟ ਵੀਟੋ ਦੀ ਵੀ ਹੈ, ਪਰ ਜੇ ਜਿਹੜਾ ਕੁਆਲੀਫਾਈਡ ਵੀਟੋ ਹੈ ਉਹ ਇੰਡੀਆ ਦੇ ਪ੍ਰੈਜ਼ੀਡੈਂਟ ਕੋਲ ਪਾਵਰ ਨਹੀਂ ਹੈਗੀ। ਹੁਣ ਨੈਕਸਟ ਕੁਐਸਚਨ ਹੈ ਵਿਚ ਆਫ ਦੀ ਫੋਲੋਇੰਗ ਸਬਜੈਕਟਸ ਆਰ ਅ ਪਾਰਟ ਆਫ ਸਟੇਟ ਲਿਸਟ ਐਜ਼ ਸਪੈਸੀਫਾਈਡ ਇਨ ਦੀ 7th ਸ਼ਡਿਊਲ ਆਫ ਦੀ ਕੌਨਸਟੀਟਿਊਸ਼ਨ। ਹੁਣ ਜਿਹੜਾ 7th ਸ਼ਡਿਊਲ ਹੈ ਉਹਦੇ ਵਿੱਚ ਬਹੁਤ ਸਾਰੀਆਂ, ਉਹਦੇ 'ਚ 3 ਲਿਸਟਾਂ ਦਿੱਤੀਆਂ ਹੋਈਆਂ ਨੇ। ਇੱਕ ਹੈ ਯੂਨੀਅਨ ਲਿਸਟ, ਇੱਕ ਹੈ ਸਟੇਟ ਲਿਸਟ, ਇੱਕ ਹੈ ਕੌਨਕਰੈਂਟ ਲਿਸਟ। ਯੂਨੀਅਨ ਦੇ ਉੱਤੇ ਸੈਂਟਰ ਲਾਅ ਬਣਾਉਂਦੀ ਹੈ, ਸਟੇਟ ਦੇ ਉੱਤੇ ਸਟੇਟ ਲਾਅ ਬਣਾਉਂਦੀ ਹੈ, ਅਤੇ ਕੌਨਕਰੈਂਟ ਦੇ ਉੱਤੇ ਦੋਨੋਂ ਹੀ ਲਾਅ ਬਣਾ ਸਕਦੇ ਨੇ, ਸਟੇਟ ਵੀ ਸੈਂਟਰ ਵੀ। ਤਾਂ ਇਹਨਾਂ ਵਿੱਚ ਸਬਜੈਕਟਸ ਡਿਵਾਈਡ ਨੇ, ਜਿਵੇਂ ਯੂਨੀਅਨ ਦੇ ਵਿੱਚ ਅਰਾਊਂਡ 100 ਸਬਜੈਕਟ ਹੈ, ਸਟੇਟ ਦੇ ਵਿੱਚ 57 ਮੇਬੀ 61, ਇਟ ਇਜ਼ 61 ਐਂਡ ਦੈਨ ਕੌਨਕਰੈਂਟ ਦੇ ਵਿੱਚ 52। ਤਾਂ ਇਹ ਸਬਜੈਕਟਸ ਡਿਵਾਈਡਡ ਨੇ 3 ਲਿਸਟਾਂ ਦੇ ਵਿੱਚ। ਤਾਂ ਇਹਨਾਂ ਵਿੱਚੋਂ ਕੁਐਸਚਨ ਪੁੱਛਿਆ ਗਿਆ ਵੀ ਇਹ ਕਿਹੜੇ ਸਬਜੈਕਟ ਨੇ ਜਿਹੜੇ ਸਟੇਟ ਲਿਸਟ ਦੇ ਅੰਡਰ ਆਉਂਦੇ ਨੇ। ਤਾਂ ਇਹ ਕੁਐਸਚਨ ਜੇ ਦੇਖਿਆ ਹੋਵੇ ਬਹੁਤ ਟਫ ਹੈ, ਸਾਰੇ ਸਬਜੈਕਟ ਯਾਦ ਰੱਖਣੇ ਬਹੁਤ ਡਿਫੀਕਲਟ ਨੇ, ਪਰ ਜੇ ਇਹਨੂੰ ਇੱਕ ਯਾਦ ਕਰਨ ਦਾ ਇੱਕ ਸਿੰਪਲ ਜਿਹਾ ਤਰੀਕਾ ਹੈ ਜੋ ਮੈਂ ਮੈਂਸ਼ਨ ਕੀਤਾ ਨੈਕਸਟ ਟੇਬਲ ਦੇ ਵਿੱਚ। ਮੈਂ ਕੁਝ ਇੰਪੋਰਟੈਂਟ ਚੀਜ਼ਾਂ, ਇੰਪੋਰਟੈਂਟ ਸਬਜੈਕਟ ਚੱਕ ਲਏ, ਸਿਰਫ ਉਹਨਾਂ ਨੂੰ ਯੂਰੇ ਲਿਖਿਆ, ਅਰਾਊਂਡ 21 ਸਬਜੈਕਟ ਹੋ ਗਏ ਇਹ। ਜੇ 21 ਸਬਜੈਕਟ ਤੁਸੀਂ ਯਾਦ ਰੱਖ ਲਓ ਫਰੋਮ ਦੀ ਟੋਟਲ ਲਿਸਟ ਆਫ ਅਰਾਊਂਡ 200, ਤਾਂ ਇਹੋ ਜਿਹੇ ਕੁਐਸਚਨ ਅਟੈਂਪਟ ਹੋ ਜਾਣਗੇ। ਤੁਸੀਂ ਇਸ ਕੁਐਸਚਨ ਨੂੰ ਅਟੈਂਪਟ ਕਰਕੇ ਦੇਖ ਸਕਦੇ ਹੋ ਸਿਰਫ ਇਸੇ ਲਿਸਟ ਨੂੰ ਯਾਦ ਕਰਦੇ ਹੋਏ। ਹੁਣ ਯੂਨੀਅਨ ਲਿਸਟ ਦੇ ਵਿੱਚ ਕਿਹੜੇ ਸਬਜੈਕਟ ਨੇ? ਡਿਫੈਂਸ, ਆਰਮੀ, ਇੰਟਰਨੈਸ਼ਨਲ ਰਿਲੇਸ਼ਨਸ, ਪੋਰਟਸ, ਰੇਲਵੇਜ਼, ਇੰਸ਼ੋਰੈਂਸ ਅਤੇ ਕਮਿਊਨੀਕੇਸ਼ਨ। ਜੇ ਸਟੇਟ ਲਿਸਟ ਦੀ ਗੱਲ ਕਰੀ ਜਾਵੇ ਉਹਦੇ ਵਿੱਚ ਕਿਹੜੇ ਨੇ? ਪਬਲਿਕ ਆਰਡਰ,
पुलिस, मार्केट एंड फेयर्स, पब्लिक हेल्थ एंड सैनिटेशन, हॉस्पिटल एंड डिस्पेंसरीज, बैटिंग एंड गैंबलिंग, टैक्सीज ऑन प्रोफैशनस। जे कॉन्करेंट लिस्ट की गल करी जाए तो एजुकेशन, फॉरेस्ट, ट्रेड यूनियंस, मैरिज, अडॉप्शन, सक्सैशन, CRPC ते क्रिमिनल लॉ। तो तुसीं देख सकते हो यूनीयन लिस्ट ਜਿਹੜੇ बहुत ज़्यादा सेंटर की इंपॉर्टेंस ਲਈ ਜਿਹੜੇ देश की इंटीग्रिटी ਲਈ बहुत ज़्यादा इंपॉर्टेंट ने, वो सारिया चीज़ां यूनीयन लिस्ट ਦੇ ਵਿੱਚ ਨੇ। ਜਿਹੜੀਆਂ स्टेट ਦੇ लिस्ट ਦੇ ਵਿੱਚ ਨੇ ਉਹ स्टेट ਦੇ ਹਿਸਾਬ ਨਾਲ इंपॉर्टेंट है। जिवें पुलिस है हरेक स्टेट की अलग अलग है, आर्मी की पूरे कंट्री की एक है। तो इस तरीके ਨਾਲ ਤੁਸੀਂ ਇਹ चीज़ां याद रख सकते हो। तो इन्हां 21 ਨੂੰ याद करके आ लास्ट वाला क्वेश्चन अटैम्प्ट करके दस्सिओ मैनूं कि थोड़े तो अटैम्प्ट हुंदा कि नहीं। दैन नैक्सट क्वेश्चन आया है ऑन दी डायरैक्टिव प्रिंसीपल्स ऑफ स्टेट पॉलिसी कि इन्हां विचों इन्हां ने 4 ऑप्शन दिते हुए हैं कि इन्हां विचों किहड़े-किहड़े डायरैक्टिव प्रिंसीपल्स ने स्टेट पॉलिसी दे। हुण देखो जिहड़े डायरैक्टिव प्रिंसीपल्स ऑफ स्टेट पॉलिसी ने दीज आर गिवन इन पार्ट 4 ऑफ द कॉन्स्टिट्यूशन फ्रॉम आर्टिकल्स 36 to 51। तो एक हिसाब नाल यह क्वेश्चन फैक्चुअल है कि जिन्होंने फैक्ट याद है वह आंसर दे देगा। पर एक होर तरीका भी इस क्वेश्चन को याद करन दा, वो की है इस क्वेश्चन को सॉल्व करन दा कि डायरैक्टिव प्रिंसीपल्स का आप मीनिंग समझ लीए कि डायरैक्टिव प्रिंसीपल्स का मीनिंग की है। तो डायरैक्टिव प्रिंसीपल्स इस करके पाए गए कॉन्स्टिट्यूशन ताकि आप एक कॉम्प्रीहेंसिव इकनॉमिक, सोशल ते पोलीटिकल प्रोग्राम फॉर अ मॉडर्न डेमोक्रेटिक स्टेट लिए लैके आ सकीए, ताकि देश के विच सारिਆਂ कोले जस्टिस होवे ऑन दी बेसिस सोशल, इकनॉमिक एज वैल एज पोलीटिकल। तो ये बहुत सारे हाई आइडियल्स की गल की गई है, जिमें जस्टिस, लिबर्टी, इक्वैलिटी एंड फ्रैटर्निटी। ਜਿਹੜੀਆਂ चीज़ां प्रैम्बल ਦੇ ਵਿੱਚ दसिया गई वो सारिया चीज़ां ਇਹਦੇ ਵਿੱਚ कवर्ड ने। तो ਇਹਦਾ मेन कॉन्सैप्ट की है डायरैक्टिव प्रिंसीपल्स का अ वैलफेयर स्टेट। तो डायरैक्टिव प्रिंसीपल्स का मेन एजेंडा है वैलफेयर स्टेट नूं डिवेलप करना। तो यह जस्टिशिएबल नहीं है, यदा मतलब इन्हों जे सरकार ना पास करे तो इन्हों लैके कोई भी परसन कोर्ट च नहीं जा सकता कि सरकार ने इन्हों मन्निया नहीं। तो हुण आने स्टेटमेंट से। तो स्टेटमेंट के जिवें पहली स्टेटमेंट की लिखी है, सिक्योरिंग ए सोशल ऑर्डर फॉर द प्रमोशन ऑफ वैलफेयर ऑफ द पीपल। कि सोशल ऑर्डर लैके आना फॉर द वैलफेयर ऑफ द पीपल। अपनी गल की DPSP का वैलफेयर वास्ते, तो यह स्टेटमेंट सही है। दैन ऑर्गेनाइजेशन ऑफ एग्रीकल्चर एंड एनीमल हसबेंडरी। तो एनीमल्स तो एग्रीकल्चर भी अपने थोड़ा पता देश का खास हिस्सा ने, हमेशा अपने लाइफ का पार्ट रहे हैं। 50% ऑफ पॉपूलेशन अज भी देश की एग्रीकल्चर से डिपेंड करती है। तो सोशल इक्वैलिटी लिए एग्रीकल्चर तो एनीमल हसबेंडरी का डिवेलप होना बहुत जरूरी है। इसका मतलब ये भी पार्ट होगा DPSP का। दैन गिविंग अपॉर्चुनिटीज़ एंड फैसिलिटीज़ टू द चिल्ड्रन फॉर देयर डिवेलपमेंट इन अ हैल्दी मैनर। बच्चों वधिया मैनर च डिवेलप करने की अपॉर्चुनिटीज़ देना, यह भी एक वैलफेयर स्टेट का पार्ट है, तो यह भी सही है। दैन प्रोविजन ऑफ सेफ गार्डिंग पब्लिक प्रॉपर्टी। हम जे देखा है पब्लिक प्रॉपर्टी वो तो अज के टाइम सरकार हर तरीके सेफ करती है, चाहे कुछ भी हो, चाहे किसी पर्सनल प्रॉपर्टी भी है, तो भी सरकार की अज के टाइम ड्यूटी है। इट्स नॉट अ डायरैक्टिव प्रिंसीपल। तो यह मतलब ये स्टेटमेंट गलत है। तो यह आंसर क्या होगा सही? इट इज़ C 1, 2 and 3। तो यह चीज़ां ध्यान रखनिया ने। जे चाहो तो तुसीं सारे आर्टिकल फ्रॉम 36 to 51 याद भी कर सकते हो, तो भी कोई माड़ी गल नहीं, ये थोनों बेनीफिट ही देंगे। नैक्सट क्वेश्चन है वैन दी ऑफिस ऑफ चीफ जस्टिस ऑफ इंडिया इज़ वेकेंट, या फिर चीफ जस्टिस है जोड़ा वो एबसेंट है, तो जोड़ा तो अपनी ड्यूटीज़ परफॉर्म नहीं कर पा रहे, तो वो थां ते जोड़ा ड्यूटीज़ परफॉर्म करूगा जिन्हों कह सकते हैं आप एक्टिंग चीफ जस्टिस। के वो थां ते कोई बंदा होर एक्ट कर रहा चीफ जस्टिस की तरह, तो उस एक्टिंग चीफ जस्टिस नूं अपॉइंट कौन करूगा? तो दोस्तों ये ध्यान च रखने वाली गल यह है कि जिन्नियां भी हाई पोस्टां ने उन्होंने सारिਆਂ ਨੂੰ एक ही परसन अपॉइंट करता है, दैट इज़ अपॉइंटेड बाय प्रेजिडेंट। चाहे वो सुप्रीम कोर्ट का चीफ जस्टिस है, चाहे वो हाई कोर्ट का चीफ जस्टिस है, चाहे सुप्रीम कोर्ट के जजिज ने। देखो सच जजिज ऑफ द सुप्रीम कोर्ट एंड हाई कोर्ट एज ही डीम्स नैसेसरी, उरे भी प्रेजिडेंट की गल की गई है कि वही अपॉइंट करता है। तो इस तरीके नाल ज़्यादातर सारिया हाई पोस्टां
ਪ੍ਰੈਜ਼ੀਡੈਂਟ ਹੀ ਅਪੋਇੰਟ ਕਰਦਾ ਹੈ। ਜੇ ਚੀਫ ਜਸਟਿਸ ਤੇ ਬਾਕੀ ਜੱਜਿਸ ਨੂੰ ਪ੍ਰੈਜ਼ੀਡੈਂਟ ਅਪੋਇੰਟ ਕਰੂਗਾ ਤਾਂ ਇਹਦਾ ਮਤਲਬ ਐਕਟਿੰਗ ਚੀਫ ਜਸਟਿਸ ਨੂੰ ਵੀ ਕੌਣ ਅਪੋਇੰਟ ਕਰੂਗਾ? ਪ੍ਰੈਜ਼ੀਡੈਂਟ ਹੀ ਅਪੋਇੰਟ ਕਰੂਗਾ। ਤੇ ਇਸ ਦਾ ਆਨਸਰ ਕੀ ਆਊਗਾ? ਇਸ ਦਾ ਆਨਸਰ ਆਊਗਾ ਏ, ਪ੍ਰੈਜ਼ੀਡੈਂਟ ਆਫ ਇੰਡੀਆ। ਹੁਣ ਨੈਕਸਟ ਕੁਐਸਚਨ ਹੈ ਅਬਾਊਟ ਦੀ 8th ਸ਼ਡਿਊਲ। ਆਪਾਂ ਪਹਿਲਾਂ ਵੀ ਕੁਐਸਚਨ ਡਿਸਕਸ ਕਰਿਆ ਸੀ ਔਨ ਦੀ 7th ਸ਼ਡਿਊਲ, ਹੁਣ ਕੁਐਸਚਨ ਹੈ 8th ਸ਼ਡਿਊਲ ਤੇ। ਇਹਦਾ ਮਤਲਬ ਸ਼ਡਿਊਲਸ ਬਹੁਤ ਇੰਪੋਰਟੈਂਟ ਨੇ, ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਡਿਟੇਲ 'ਚ ਕਰ ਲਿਓ। ਵਿਚ ਆਫ ਦੀ ਫੋਲੋਇੰਗ ਲੈਂਗੁਏਜ ਇਜ਼ ਨਾਟ ਮੈਂਸ਼ਨਡ ਇਨ ਦੀ 8th ਸ਼ਡਿਊਲ। ਇਹਨਾਂ ਵਿੱਚੋਂ ਕਿਹੜੀ ਲੈਂਗੁਏਜ 8th ਸ਼ਡਿਊਲ 'ਚ ਮੈਂਸ਼ਨ ਨਹੀਂ ਹੈ? ਤਾਂ 8th ਸ਼ਡਿਊਲ ਦੀ ਮੈਂ ਤੁਹਾਨੂੰ ਗੱਲ ਕਰਾਂ ਤਾਂ ਇਹ ਜਦੋਂ ਕੌਂਸਟੀਟਿਊਸ਼ਨ ਬਣਿਆ ਸੀ ਉਹਦੇ ਵਿੱਚ 14 ਲੈਂਗੁਏਜਿਸ ਸੀ, ਬਟ ਪ੍ਰੈਜ਼ੈਂਟਲੀ ਦੇਰ ਆਰ 22 ਲੈਂਗੁਏਜਿਸ। ਇਹਦੇ ਵਿੱਚ ਅੱਜ ਦੇ ਟਾਈਮ 'ਚ 22 ਲੈਂਗੁਏਜਿਸ ਨੇ। ਇਹ 22 ਲੈਂਗੁਏਜਿਸ ਮੈਂ ਦਿੱਤੀਆਂ ਹੋਈਆਂ ਨੇ, ਇਹਨਾਂ ਨੂੰ ਯਾਦ ਕਰ ਲਿਓ ਬਿਕੋਜ਼ ਦੀਜ਼ ਆਰ ਇੰਪੋਰਟੈਂਟ। ਅਸਾਮੀਜ਼, ਬੰਗਾਲੀ, ਬੋਡੋ, ਡੋਗਰੀ, ਗੁਜਰਾਤੀ, ਹਿੰਦੀ, ਕੰਨੜ, ਕਸ਼ਮੀਰੀ, ਕੋਂਕਣੀ, ਮੈਥਿਲੀ, ਮਲਿਆਲਮ, ਮਨੀਪੁਰੀ, ਮਰਾਠੀ, ਨੇਪਾਲੀ, ਓੜੀਆ, ਪੰਜਾਬੀ, ਸੰਸਕ੍ਰਿਤ, ਸੰਥਲੀ, ਸਿੰਧੀ, ਤਾਮਿਲ, ਤੇਲਗੂ ਅਤੇ ਉਰਦੂ। ਇਹ 22 ਲੈਂਗੁਏਜਿਸ ਨੇ, ਇਹਨਾਂ ਨੂੰ ਯਾਦ ਕਰ ਲਿਓ। ਕੋਈ ਵੀ ਨਿਮੋਨਿਕ ਬਣਾ ਲਿਓ, ਵੀ ਕਿਸੇ ਵੀ ਤਰੀਕੇ ਨਾਲ ਇਹਨੂੰ ਯਾਦ ਕਰ ਲਿਓ, ਇਹ ਤੁਹਾਨੂੰ ਬੈਨੀਫਿਟ ਹੀ ਦੇਣਗੀਆਂ। ਉਸ ਤੋਂ ਇਲਾਵਾ ਜਿਹੜੀਆਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ 14 ਸੀ, ਉਸ ਤੋਂ ਬਾਅਦ 22 ਹੋ ਗਈਆਂ, ਤਾਂ 8 ਲੈਂਗੁਏਜਿਸ ਐਡ ਹੋਈਆਂ ਨੇ। ਇਹਦਾ ਮਤਲਬ ਤਾਂ 8 ਲੈਂਗੁਏਜਿਸ ਨੈਕਸਟ ਅਮੈਂਡਮੈਂਟਸ ਦੇ ਵਿੱਚ ਐਡ ਹੋਈਆਂ ਨੇ। ਇਹ ਅਮੈਂਡਮੈਂਟਸ ਇੰਪੋਰਟੈਂਟ ਨੇ। 21st ਅਮੈਂਡਮੈਂਟ ਇੰਪੋਰਟੈਂਟ ਹੈ, ਇਹਦੇ ਨਾਲ ਸਿੰਧੀ ਲੈਂਗੁਏਜ ਐਡ ਹੋਈ ਸੀ। ਦੈਨ ਦੇਰ ਇਜ਼ 71st ਅਮੈਂਡਮੈਂਟ ਜਿਹਦੇ ਨਾਲ ਕੋਂਕਣੀ, ਮਨੀਪੁਰੀ ਅਤੇ ਨੇਪਾਲੀ ਐਡ ਹੋਈ ਸੀ। ਦੈਨ ਦੇਰ ਇਜ਼ 92nd ਬੋਡੋ, ਡੋਗਰੀ, ਮੈਥਿਲੀ ਅਤੇ ਸੰਥਲੀ ਐਡ ਹੋਈ ਸੀ। ਅਤੇ ਇਸ ਤੋਂ ਇਲਾਵਾ 96th ਅਮੈਂਡਮੈਂਟ ਦੇ ਵਿੱਚ ਕੀ ਹੋਇਆ ਸੀ? ਓਡੀਆ ਨੂੰ ਰਿਪਲੇਸ ਕਰ ਦਿੱਤਾ ਸੀ ਵਰਡ ਓਡੀਆ ਨਾਲ। ਤਾਂ ਇਹ ਯਾਦ ਕਰ ਲਿਓ, ਇਹ ਬਹੁਤ ਇੰਪੋਰਟੈਂਟ ਹੈ। ਇਹ ਹੋਰ ਵੀ ਪੇਪਰਾਂ ਦੇ ਵਿੱਚ ਸੇਮ ਹੀ ਇਸੇ ਟੌਪਿਕ ਦੇ ਵਿੱਚ ਐਵੇਂ ਹੀ ਕੁਐਸਚਨ ਆਇਆ ਹੈ। ਤਾਂ ਹੁਣ 8th ਸ਼ਡਿਊਲ ਦੇ ਵਿੱਚ ਕਿਹੜੀ ਨਹੀਂ ਹੈਗੀ? ਮੈਥਿਲੀ ਆਪਾਂ ਗੱਲ ਕੀਤੀ ਉਹ ਹੈਗੀ ਹੈ। ਦੈਨ ਨੇਪਾਲੀ ਦੀ ਵੀ ਗੱਲ ਕੀਤੀ ਹੈ, ਉਹ ਵੀ ਹੈਗੀ ਹੈ, ਪਰ ਭੋਜਪੁਰੀ ਲੈਂਗੁਏਜ ਨਹੀਂ ਹੈ 8th ਸ਼ਡਿਊਲ ਦਾ ਪਾਰਟ। ਅਤੇ ਸੰਥਲੀ ਵੀ ਹੈਗੀ ਹੈ। ਇਹਦਾ ਮਤਲਬ ਆਨਸਰ ਕੀ ਹੋਊਗਾ? ਸੀ, ਕਿਉਂਕਿ ਇਹਨੇ ਪੁੱਛਿਆ ਕਿਹੜੀ 8th ਸ਼ਡਿਊਲ ਦਾ ਪਾਰਟ ਨਹੀਂ ਹੈ। ਹੁਣ ਨੈਕਸਟ ਕੁਐਸਚਨ ਆਇਆ ਹੈ ਔਨ ਦੀ ਜੁਆਇੰਟ ਪਬਲਿਕ ਸਰਵਿਸ ਕਮਿਸ਼ਨ, ਕਿ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਜੁਆਇੰਟ ਪਬਲਿਕ ਸਰਵਿਸ ਕਮਿਸ਼ਨ ਦੇ ਲਈ ਸਹੀ ਨਹੀਂ ਹੈ, ਕਿਹੜੀ ਸਟੇਟਮੈਂਟ ਗਲਤ ਹੈ? ਤਾਂ ਤੁਸੀਂ ਕੁਝ ਬੇਸਿਕ ਇਨਫੋਰਮੇਸ਼ਨ ਯਾਦ ਕਰ ਲਓ ਜੁਆਇੰਟ ਪਬਲਿਕ ਸਰਵਿਸ ਕਮਿਸ਼ਨ ਬਾਰੇ। ਇਹ ਐਨਫ ਰਹੇਗੀ ਤੁਹਾਨੂੰ ਇਸ ਟੌਪਿਕ 'ਤੇ ਆਉਣ ਵਾਲੇ ਕੁਐਸਚਨਸ ਬਾਰੇ। ਤਾਂ ਜੁਆਇੰਟ ਪਬਲਿਕ ਸਰਵਿਸ ਕਮਿਸ਼ਨ ਦੀ ਗੱਲ ਕੀਤੀ ਜਾਵੇ, ਇਹਦਾ ਚੇਅਰਮੈਨ ਅਤੇ ਇਹਦੇ ਮੈਂਬਰਸ ਇਹ ਕਿਹਦੇ ਦੁਆਰਾ ਅਪੋਇੰਟ ਕੀਤੇ ਜਾਂਦੇ ਨੇ? ਬਾਏ ਦੀ ਪ੍ਰੈਜ਼ੀਡੈਂਟ। ਦੈਨ ਇਹਨਾਂ ਦੀ ਟਰਮ ਕਿੰਨੀ ਹੈ? 6 years ਦੀ, ਜਾਂ ਫਿਰ ਜਦੋਂ ਤੱਕ ਉਹ 62 years ਦੇ ਨਹੀਂ ਹੋ ਜਾਂਦੇ। ਜਾਂ ਤਾਂ ਉਹ ਪਹਿਲਾਂ 62 ਦੇ ਹੋ ਗਏ ਤਾਂ ਉਹ ਰਿਟਾਇਰ ਹੋ ਜਾਣਗੇ, ਜਾਂ ਫਿਰ ਉਹਨੇ 6 years ਦੀ ਟਰਮ ਪੂਰੀ ਹੋ ਗਈ ਤਾਂ ਵੀ ਉਹ ਰਿਟਾਇਰ ਹੋ ਜਾਣਗੇ। ਦੇ ਕੈਨ ਬੀ ਸਸਪੈਂਡਿਡ ਔਰ ਰਿਮੂਵਡ ਬਾਈ ਦੀ ਪ੍ਰੈਜ਼ੀਡੈਂਟ, ਅਤੇ ਇਹਨਾਂ ਨੂੰ ਪ੍ਰੈਜ਼ੀਡੈਂਟ ਕਦੇ ਵੀ ਸਸਪੈਂਡ ਜਾਂ ਰਿਮੂਵ ਕਰ ਸਕਦਾ ਹੈ। ਦੇ ਕੈਨ ਆਲਸੋ ਰਿਜ਼ਾਈਨ ਫਰੋਮ ਦੇਅਰ ਆਫਿਸ ਬਾਈ ਸਬਮਿਟਿੰਗ ਦੇਅਰ ਰੈਜ਼ੀਗਨੇਸ਼ਨ ਲੈਟਰਸ ਟੂ ਦੀ ਪ੍ਰੈਜ਼ੀਡੈਂਟ। ਆਪਣੇ ਉਹ ਲੈਟਰ ਪ੍ਰੈਜ਼ੀਡੈਂਟ ਨੂੰ ਲਿਖ ਕੇ ਰੈਜ਼ੀਗਨੇਸ਼ਨ ਦੇ ਸਕਦੇ ਨੇ। ਦੈਨ ਦ ਨੰਬਰ ਐਂਡ ਮੈਂਬਰਸ ਆਫ JPSC ਐਂਡ ਦੇਅਰ ਕੰਡੀਸ਼ਨਸ ਆਫ ਸਰਵਿਸ ਆਰ ਡਿਟਰਮਾਈਨਡ ਬਾਈ ਦੀ ਪ੍ਰੈਜ਼ੀਡੈਂਟ। ਤਾਂ ਜਿਵੇਂ ਪ੍ਰੈਜ਼ੀਡੈਂਟ ਉਹਨਾਂ ਦੀ ਕੰਡੀਸ਼ਨਸ ਨੂੰ ਦੇਖੂਗਾ, ਡਿਟਰਮਿਨ ਕਰੂਗਾ, ਉਵੇਂ ਹੀ ਉਹਨਾਂ ਦੀਆਂ ਕੰਡੀਸ਼ਨਸ ਰਹਿਣਗੀਆਂ। ਹੁਣ ਇਹ ਕੁਐਸਚਨ ਨੂੰ ਦੇਖੋ, ਤਾਂ ਕੁਐਸਚਨ ਦੇ ਵਿੱਚ ਕਾਫੀ ਵੱਡੀਆਂ ਸਟੇਟਮੈਂਟਸ ਲਿਖੀਆਂ ਹੋਈਆਂ ਨੇ। ਤਾਂ ਤੁਸੀਂ ਡਰਨਾ ਨਹੀਂ ਹੈ, ਇਹਨੂੰ ਡਿਟੇਲ 'ਚ ਆਰਾਮ ਨਾਲ 2 ਵਾਰ ਪੜ੍ਹਿਓ ਸਟੇਟਮੈਂਟਸ ਨੂੰ, ਤਾਂ ਤੁਹਾਨੂੰ ਆਪੇ ਆਨਸਰ ਕਲੀਅਰ ਹੋ ਜਾਊਗਾ। ਦ ਚੇਅਰਮੈਨ ਆਫ ਏ ਜੁਆਇੰਟ ਪਬਲਿਕ ਸਰਵਿਸ ਕਮਿਸ਼ਨ ਇਜ਼ ਅਪੋਇੰਟਡ ਬਾਈ ਪ੍ਰੈਜ਼ੀਡੈਂਟ, ਇਟ ਇਜ਼ ਟਰੂ, ਆਪਾਂ ਗੱਲ ਕਰੀ ਸੀ ਹੁਣੀ। ਅ ਮੈਂਬਰ ਆਫ ਜੁਆਇੰਟ ਪਬਲਿਕ ਸਰਵਿਸ ਕਮਿਸ਼ਨ ਹੋਲਡਸ ਆਫਿਸ ਫॉर ਅ ਟਰਮ ਆਫ 6 years, ਇਹ ਵੀ ਸਹੀ ਹੈ। from the date on which he enters upon his office or until he attains the age of 65 years। ਪਰ ਇਹ ਸਟੇਟਮੈਂਟ ਗਲਤ ਹੈ। ਆਪਾਂ ਡਿਸਕਸ ਕਰਿਆ ਸੀ ਕਿ ਇਹਨਾਂ ਦੀ 65 ਨਹੀਂ 62 years ਏਜ ਤੱਕ ਇਹ ਆਫਿਸ 'ਚ ਰਹਿੰਦੇ ਨੇ। ਤਾਂ ਐਵੇਂ 2 ਸਟੇਟਮੈਂਟਸ ਹੋਰ ਨੇ, ਇਹਨਾਂ ਨੂੰ ਪੜ੍ਹ ਲਿਓ। ਇਹਦਾ ਮਤਲਬ ਸਟੇਟਮੈਂਟ ਸਹੀ ਨੇ, ਇਹੀ ਤੁਹਾਡੀ ਇਨਫੋਰਮੇਸ਼ਨ 'ਚ ਵਾਧਾ ਕਰਨਗੇ। ਇਹਨਾਂ ਨੂੰ ਵੀ ਆਪਣੀ ਇਨਫੋਰਮੇਸ਼ਨ ਦਾ ਪਾਰਟ ਬਣਾ ਲਿਓ। ਹੁਣ ਨੈਕਸਟ ਆਪਾਂ ਡਿਸਕਸ ਕਰਦੇ ਹਾਂ ਕੁਐਸਚਨ ਜਿਹੜਾ ਹੈ ਕਿ ਵਿਚ ਆਫ ਦਾ ਫੋਲੋਇੰਗ ਕੰਪਰਾਈਜ਼ਿਜ਼ ਦੀ ਇਲੈਕਟੋਰਲ ਕਾਲਜ ਆਫ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ, ਕਿ ਇਹਨਾਂ ਵਿੱਚੋਂ ਕੌਣ ਲੋਕ ਵਾਈਸ ਪ੍ਰੈਜ਼ੀਡੈਂਟ ਦੀ ਵੋਟਾਂ ਲਈ ਵੋਟ ਕਰਦੇ ਨੇ। ਤਾਂ ਇੱਥੇ ਮੈਂ ਤੁਹਾਨੂੰ ਦੱਸਦਾ 2 ਚੀਜ਼ਾਂ ਇੰਪੋਰਟੈਂਟ ਨੇ। ਵਨ ਇਜ਼ ਦੀ ਇਲੈਕਟੋਰਲ ਕਾਲਜ ਆਫ ਪ੍ਰੈਜ਼ੀਡੈਂਟ ਐਂਡ ਅਦਰ ਇਜ਼ ਇਲੈਕਟੋਰਲ ਕਾਲਜ ਆਫ ਵਾਈਸ ਪ੍ਰੈਜ਼ੀਡੈਂਟ। ਜੇ ਪ੍ਰੈਜ਼ੀਡੈਂਟ ਦੀ ਗੱਲ ਕਰੀਏ
ਤਾਂ ਉਹਨੂੰ ਸਿਰਫ ਇਲੈਕਟਿਡ ਮੈਂਬਰਸ ਹੀ ਵੋਟ ਪਾਉਂਦੇ ਨੇ। ਜੇ ਵਾਈਸ ਪ੍ਰੈਜ਼ੀਡੈਂਟ ਦੀ ਗੱਲ ਕਰੀਏ ਤਾਂ ਉਹਨੂੰ ਬਹੁਤ ਇਲੈਕਟਿਡ ਐਂਡ ਨੋਮੀਨੇਟਿਡ ਮੈਂਬਰਸ ਆਫ ਦੀ ਪਾਰਲੀਮੈਂਟ ਵੋਟ ਕਰਦੇ ਨੇ। ਇਹਨੂੰ ਸਿਰਫ ਇਲੈਕਟਿਡ ਮੈਂਬਰਸ ਆਫ ਦੀ ਪਾਰਲੀਮੈਂਟ ਵੋਟ ਕਰਦੇ ਨੇ ਪ੍ਰੈਜ਼ੀਡੈਂਟ ਨੂੰ। ਹੁਣ ਨੈਕਸਟ ਗੱਲ ਕਰੀ ਜਾਵੇ ਸਟੇਟਸ ਦੀ, ਕਿ ਸਟੇਟਸ ਇਨਵੋਲਵ ਹੁੰਦੇ ਕਿ ਨਹੀਂ। ਜੇ ਪ੍ਰੈਜ਼ੀਡੈਂਟ ਦੀ ਗੱਲ ਕਰੀ ਜਾਵੇ, ਪ੍ਰੈਜ਼ੀਡੈਂਟ ਇਜ਼ ਦੀ ਹੈਡ ਆਫ ਯੂਨੀਅਨ ਆਫ ਇੰਡੀਆ। ਤਾਂ ਯੂਨੀਅਨ ਆਫ ਇੰਡੀਆ ਦਾ ਹੈਡ ਹੈ। ਯੂਨੀਅਨ ਦੇ ਵਿੱਚ ਸਟੇਟਸ ਤੇ ਸੈਂਟਰ ਦੋਨੋਂ ਆਉਂਦੇ ਨੇ, ਤਾਂ ਕਰਕੇ ਇਹਦੇ ਵਿੱਚ ਸਟੇਟਸ ਵੀ ਪਾਰਟੀਸਪੇਟ ਕਰਦੀਆਂ ਨੇ ਕਿ ਇਲੈਕਟਿਡ ਮੈਂਬਰਸ ਆਫ ਦੀ ਸਟੇਟ ਲੈਜਿਸਲੇਟਿਵ ਅਸੈਂਬਲੀਜ਼ ਆਰ ਇੰਕਲੂਡਿਡ ਇਨ ਦੀ ਕੇਸ ਆਫ ਪ੍ਰੈਜ਼ੀਡੈਂਟ। ਪਰ ਜੇ ਆਪਾਂ ਵਾਈਸ ਪ੍ਰੈਜ਼ੀਡੈਂਟ ਦੀ ਗੱਲ ਕਰੀਏ, ਇਟ ਡਜ਼ ਨਾਟ ਇੰਕਲੂਡ ਦੀ ਮੈਂਬਰ ਆਫ ਸਟੇਟ ਲੈਜਿਸਲੇਟਿਵ ਅਸੈਂਬਲੀਜ਼। ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਇਹ ਚੇਅਰਮੈਨ ਹੁੰਦਾ ਰਾਜ ਸਭਾ ਦਾ। ਤਾਂ ਇਹਨੂੰ ਸਿਰਫ ਇਲੈਕਟ ਕੌਣ ਕਰਦਾ? ਸਿਰਫ ਪਾਰਲੀਮੈਂਟ ਕਰਦੀ ਹੈ, ਨਾ ਕਿ ਸਟੇਟਸ। ਉਹ ਸਿਰਫ ਪ੍ਰੈਜ਼ੀਡੈਂਟ ਦੇ ਕੇਸ ਹੁੰਦੀਆਂ ਨੇ। ਤਾਂ ਜੇ ਆਪਾਂ ਆਨਸਰ ਦੇਖਿਆ ਜਾਵੇ ਤਾਂ ਇਸ ਕੇਸ ਦੇ ਵਿੱਚ ਆਨਸਰ ਆਊਗਾ ਮੈਂਬਰਸ ਆਫ ਲੋਕ ਸਭਾ ਅਤੇ ਮੈਂਬਰਸ ਆਫ ਰਾਜ ਸਭਾ, ਯਾਨੀ ਏ ਆਪਸ਼ਨ। ਕਿਉਂਕਿ ਸਟੇਟਸ ਦੀ ਜਿਹੜੀਆਂ ਲੈਜਿਸਲੇਟਿਵ ਅਸੈਂਬਲੀਜ਼ ਅਤੇ ਲੈਜਿਸਲੇਟਿਵ ਕੌਂਸਲ ਹੈ ਉਹ ਇਨਵੋਲਵ ਨਹੀਂ ਹੁੰਦੀ ਵਾਈਸ ਪ੍ਰੈਜ਼ੀਡੈਂਟ ਦੇ ਕੇਸ ਦੇ ਵਿੱਚ। ਤਾਂ ਦੋਸਤੋ ਤੁਹਾਨੂੰ ਮੈਂ ਇੱਥੇ ਇੱਕ ਕੁਐਸਚਨ ਦਿੰਦਾ ਜਿਹਦਾ ਆਨਸਰ ਕਰਨਾ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ, ਕਿ ਜਿਹੜਾ ਆਰਟੀਕਲ 21A ਹੈ ਜਿਹਦੇ ਵਿੱਚ ਐਜੂਕੇਸ਼ਨ ਦਾ ਫੰਡਾਮੈਂਟਲ ਰਾਈਟ ਮਿਲੇ ਸਾਰੇ ਸਿਟੀਜ਼ਨਸ ਆਫ ਇੰਡੀਆ ਨੂੰ, ਤਾਂ ਉਹ ਜੋ 21A ਹੈ ਤਾਂ ਉਹ ਕਿਹੜੀ ਕੌਂਸਟੀਟਿਊਸ਼ਨਲ ਅਮੈਂਡਮੈਂਟ ਰਾਹੀਂ ਕੌਂਸਟੀਟਿਊਸ਼ਨ ਦੇ ਵਿੱਚ ਐਡ ਕੀਤਾ ਗਿਆ। ਤਾਂ ਮੈਨੂੰ ਇਹ ਦੱਸਣਾ ਤੁਸੀਂ ਕਮੈਂਟਸ ਦੇ ਵਿੱਚ ਕਿ ਕਿਹੜੀ ਕੌਂਸਟੀਟਿਊਸ਼ਨਲ ਅਮੈਂਡਮੈਂਟ ਰਾਹੀਂ ਆਰਟੀਕਲ 21A ਐਡ ਕੀਤਾ ਗਿਆ ਕੌਂਸਟੀਟਿਊਸ਼ਨ ਦੇ ਵਿੱਚ, ਜਿਹਦੇ ਅੰਡਰ ਸਾਰਿਆਂ ਨੂੰ ਫੰਡਾਮੈਂਟਲ ਰਾਈਟ ਮਿਲਿਆ ਆਫ ਦੀ ਐਜੂਕੇਸ਼ਨ। ਤਾਂ ਦੋਸਤੋ ਧੰਨਵਾਦ। ਅਗਲੀ ਲੈਕਚਰ ਦੇ ਵਿੱਚ ਆਪਾਂ 2015 ਦਾ ਪੋਲਿਟੀ ਨੂੰ ਡਿਸਕਸ ਕਰਾਂਗੇ। ਇਸ ਲੈਕਚਰ ਦੀ PDF ਤੁਸੀਂ ਟੈਲੀਗ੍ਰਾਮ ਤੋਂ ਡਾਊਨਲੋਡ ਕਰ ਸਕਦੇ ਹੋ। ਧੰਨਵਾਦ ਦੋਸਤੋ।